ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪਿਛਲੇ 2 ਮਹੀਨਿਆਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ, ਪਰ ਫਿਰ ਵੀ ਕੋਈ ਗੱਲਬਾਤ ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਸਿਰੇ ਨਹੀਂ ਚੜ੍ਹ ਸਕੀ। ਆਖਰੀ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਕਿਸਾਨਾਂ ਨੂੰ ਕਹਿ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ ਕਿ ਅਸੀਂ ਬਿੱਲ ਜਿਹੜੇ ਹੈਗੇ ਆ, ਕਾਨੂੰਨ ਜਿਹੜੇ ਹੈਗੇ ਨਵੇਂ ਬਣਾਏ ਗਏ, ਉਹ ਵਾਪਸ ਨਹੀਂ ਲੈ ਸਕਦੇ। ਤਾਂ ਹੁਣ ਕਿਸਾਨਾਂ ਦੇ ਵੱਲੋਂ ਕੱਲ੍ਹ ਨੂੰ ਵੱਡਾ ਐਕਸ਼ਨ ਕੀਤਾ ਜਾਣਾ ਹੈ। 26 ਜਨਵਰੀ ਦੇ ਉੱਪਰ ਕਿਸਾਨਾਂ ਦੇ ਵੱਲੋਂ ਟਰੈਕਟਰ ਪਰੇਡ ਕੀਤੀ ਜਾਣੀ ਹੈ। ਪਰ ਇਹ ਸਭ ਦੇ ਵਿਚਕਾਰ ਕਈ ਤਰ੍ਹਾਂ ਦੇ ਸਵਾਲ ਪੈਦਾ ਹੋਏ ਨੇ। ਲੋਕਾਂ ਨੂੰ ਕੁਝ ਸਮਝ ਨਹੀਂ ਆ ਰਿਹਾ। ਲੋਕਾਂ ਦੇ ਮਨ ਦੇ ਵਿੱਚ ਸਵਾਲ ਹੈ ਕਿ ਇਸ ਟਰੈਕਟਰ ਪਰੇਡ ਤੋਂ ਆਖਰ ਨਿਕਲੇਗਾ ਕੀ, ਸਿੱਟਾ ਕੀ ਨਿਕਲੇਗਾ ਇਸ ਟਰੈਕਟਰ ਪਰੇਡ ਦਾ। ਤਾਂ ਉਸ ਤੋਂ ਬਾਅਦ ਜਦੋਂ ਟਰੈਕਟਰ ਪਰੇਡ ਇਹ ਖਤਮ ਹੋ ਜਾਵੇਗੀ ਤਾਂ ਅਗਲਾ ਜਿਹੜਾ ਭਵਿੱਖ ਹੈ ਜਿਹੜਾ ਇਸ ਅੰਦੋਲਨ ਦਾ, ਤਾਂ ਉਹ ਕੀ ਰਹਿਣ ਵਾਲਾ। ਤਾਂ ਮੇਰੇ ਨਾਲ ਪ੍ਰੋਫੈਸਰ PS ਭੋਗਲ ਸਾਹਿਬ ਨੇ। ਉਹਨਾਂ ਤੋਂ ਹਰ ਸਵਾਲ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਅਗਲੇ ਆਉਣ ਵਾਲੇ ਰੁਝਾਨ ਰਹਿ ਸਕਦੇ ਨੇ। ਸਭ ਤੋਂ ਪਹਿਲਾਂ ਭੋਗਲ ਸਾਹਿਬ ਦਾ ਸਵਾਗਤ ਕਰ ਲੈਂਦੇ ਹਾਂ। ਭੋਗਲ ਸਾਹਿਬ, ਸਵਾਗਤ ਹੈ ਰੋਜ਼ਾਨਾ ਲੋਕਨਾਥ ਟੀਵੀ ਤੇ। ਥੈਂਕ ਯੂ ਸੁਖਵਿੰਦਰ, ਔਰ ਤੁਹਾਡਾ ਧੰਨਵਾਦ। ਸਾਡੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ। ਭੋਗਲ ਸਾਹਿਬ, ਜਿਸ ਤਰੀਕੇ ਦੇ ਨਾਲ ਆਪਾਂ ਗੱਲਬਾਤ ਇਸੇ ਮੁੱਦੇ ਤੇ ਕਰਨੀ ਹੈ, ਜਿਹੜਾ ਟਰੈਕਟਰ ਪਰੇਡ ਕੱਲ੍ਹ ਨੂੰ ਜਿਹੜੀ ਹੋ ਰਹੀ ਹੈ, ਸਭ ਤੋਂ ਪਹਿਲਾਂ ਜੇਕਰ ਸਮਝਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਸਵਾਲ ਬਹੁਤ ਜ਼ਿਆਦਾ ਨੇ ਕਿ ਇਹ ਟਰੈਕਟਰ ਪਰੇਡ ਹੋ ਤਾਂ ਰਹੀ ਹੈ, ਲੱਖਾਂ ਟਰੈਕਟਰ ਉੱਥੇ ਪਹੁੰਚ ਗਏ ਨੇ, ਜੋ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਸੀ ਉਹ ਵੀ ਹੋ ਰਿਹਾ, ਪਰ ਇਸ ਟਰੈਕਟਰ ਪਰੇਡ ਤੋਂ ਆਖਿਰ ਨਿਕਲੇਗਾ ਕੀ? ਦੇਖੋ, ਜਦੋਂ ਸ਼ੁਰੂ ਦੇ ਵਿੱਚ ਇਸ ਟਰੈਕਟਰ ਪਰੇਡ ਦਾ ਐਲਾਨ ਕਿਸਾਨ ਜਥੇਬੰਦੀਆਂ ਨੇ ਕੀਤਾ ਸੀ ਤਾਂ ਉਦੋਂ ਕੇਂਦਰ ਸਰਕਾਰ ਨੂੰ ਕਾਫੀ ਚਿੰਤਾ ਹੋਈ ਸੀ ਕਿ ਕਿਸਾਨ ਇਸ ਬਹਾਨੇ ਦਿੱਲੀ ਸ਼ਹਿਰ ਦੇ ਵਿੱਚ ਐਂਟਰ ਕਰਨਗੇ ਔਰ ਦਿੱਲੀ ਦੀ ਲਾਈਫ ਡਿਸਟਰਬਟ ਹੋ ਸਕਦੀ, ਔਰ ਜੇ ਉਹ ਦਿੱਲੀ ਦੇ ਵਿੱਚ ਆ ਕੇ ਅੰਦਰ ਬੈਠ ਗਏ ਸੜਕਾਂ ਦੇ ਵਿੱਚ, ਰਿੰਗ ਰੋਡ ਤੇ ਜਾਂ ਕਿਤੇ ਹੋਰ, ਤਾਂ ਸਰਕਾਰ ਲਈ ਬਹੁਤ ਮੁਸ਼ਕਿਲ ਹੋ ਜਾਣੀ ਸੀ। ਔਰ ਸਰਕਾਰ ਨੇ ਫਿਰ ਉੱਪਰੋਂ ਥੱਲੀ ਕਿਸਾਨ ਜਥੇਬੰਦੀਆਂ ਨਾਲ ਜਿਹੜੀਆਂ 3-4 ਮੀਟਿੰਗਾਂ ਵੀ ਕੀਤੀਆਂ ਕਿ ਇਸ ਮਾਮਲੇ ਦਾ ਕੋਈ ਹੱਲ ਕੱਢਿਆ ਜਾਵੇ। ਸਰਕਾਰ ਨੇ ਆਪਣਾ ਜਿਹੜਾ ਪਹਿਲੀ ਜ਼ਿੱਦ ਫੜੀ ਹੋਈ ਸੀ ਕਿ ਅਸੀਂ ਬਿਲਕੁਲ ਇਸ ਦੇ ਉੱਤੇ ਨੈਗੋਸ਼ੀਏਟ ਨਹੀਂ ਕਰਦੇ ਕਿ ਬਿੱਲ ਵਾਪਸ ਨਹੀਂ ਹੋਣਗੇ। ਫਿਰ ਸਰਕਾਰ ਇਸ ਗੱਲ 'ਤੇ ਆ ਗਈ ਕਿ ਅਸੀਂ 1.5 ਸਾਲ ਲਈ ਇਹਨਾਂ ਬਿੱਲਾਂ ਨੂੰ ਜਿਹੜਾ ਹੈ ਅਸੀਂ ਸਸਪੈਂਡ ਰੱਖਾਂਗੇ। ਲੇਕਿਨ ਉਸ 'ਤੇ ਵੀ ਜਿਹੜਾ 11ਵੇਂ ਦੌਰ ਦੀ ਗੱਲਬਾਤ ਸੀ, ਫੈਸਲਾ ਨਹੀਂ ਹੋ ਸਕਿਆ। ਤੇ ਫਿਰ ਇਹ ਸੀਗਾ ਕਿਸਾਨ ਤੇ ਸਰਕਾਰ ਦੇ ਵਿੱਚ ਇਹ ਚੱਲ ਰਿਹਾ ਸੀ ਕਿ ਇਹ ਟਰੈਕਟਰ ਰੈਲੀ ਆਰਾਮ ਨਾਲ ਹੋਏਗੀ, ਸਰਕਾਰ ਇਸ ਨੂੰ ਹੋਣ ਦੇਵੇਗੀ, ਜਾਂ ਟਰੈਕਟਰ ਰੈਲੀ ਦੇ ਜਦੋਂ ਕੋਸ਼ਿਸ਼ ਕਰਨਗੇ ਕਿਸਾਨ ਤਾਂ ਕੋਈ ਕਿਸੇ ਕਿਸਮ ਦੀ ਸਿਕਿਉਰਿਟੀ ਫੋਰਸਿਸ ਵੱਲੋਂ ਇਹਨੂੰ ਰੋਕਣ ਦੀ ਕੋਸ਼ਿਸ਼ ਹੋਏਗੀ। ਇਹ ਵੀ ਚੱਲਦਾ ਰਿਹਾ। ਲੇਕਿਨ ਆਖਿਰਕਾਰ ਜਿਹੜਾ ਹੈ ਉਹ ਦਿੱਲੀ ਪੁਲਿਸ ਤੇ ਕਿਸਾਨਾਂ ਦੇ ਵਿੱਚ ਇੱਕ ਅੰਡਰਸਟੈਂਡਿੰਗ ਹੋ ਗਈ, ਇੱਕ ਰੂਟ ਪਲਾਨ ਤੈਅ ਕਰ ਲਿਆ ਗਿਆ ਕਿ ਰਿੰਗ ਰੋਡ ਦੇ ਨਾਲ ਨਾਲ 3 ਇਲਾਕੇ ਜਿਹੜੇ ਹੈ ਜਿੱਥੇ ਟਰੈਕਟਰ ਮਾਰਚ ਜਿਹੜੀ ਹੈ ਉਹਨਾਂ ਨੇ ਕਿਹਾ ਹੋਣ ਦਿੱਤੀ ਜਾਏਗੀ ਜੀ। ਸੋ ਉਹ ਜਿਹੜਾ ਇੱਕ ਸ਼ੋਡਾਊਨ ਹੋਣ ਦਾ ਡਰ ਸੀ, ਜਾਂ ਉਸ ਸ਼ੋਡਾਊਨ ਤੋਂ ਇਹ ਵੀ ਕੁਝ ਲੋਕ ਉਮੀਦ ਰੱਖਦੇ ਸੀ ਕਿ ਇਹ ਅੰਦੋਲਨ ਦੀ ਅਗਲੀ ਦਿਸ਼ਾ ਨੂੰ ਤੈਅ ਕਰੇਗਾ। ਉਹ ਜਿਹੜਾ ਗੱਲਬਾਤ ਸੀ ਉਹ ਹੁਣ ਥੋੜ੍ਹੀ ਜਿਹੀ ਧੁੰਦਲੀ ਪੈ ਗਈ ਹੈ ਕਿ ਕਿਉਂਕਿ ਸਰਕਾਰ ਨੇ ਕਿਹਾ ਕਿ ਠੀਕ ਹੈ, ਤੁਸੀਂ ਜਿਹੜੀ ਸਰਕਾਰੀ ਪਰੇਡ ਹੈ ਜਿਹੜੀ ਰਾਜਪਥ ਤੇ ਹੁੰਦੀ ਹੈ 26 ਜਨਵਰੀ ਨੂੰ, ਜਦੋਂ ਉਹ ਖਤਮ ਹੋਏਗੀ ਉਸ ਤੋਂ ਬਾਅਦ ਤੁਸੀਂ ਆਪਣੀ ਟਰੈਕਟਰ ਪਰੇਡ ਜਿਹੜੀ ਹੈ ਉਹ ਕਰ ਸਕਦੇ ਹੋ। ਸੋ ਹੁਣ ਇਸ ਸਾਰੀ ਜਿਹੜੀ ਸਥਿਤੀ ਦੀ ਜਿਹੜੀ ਸਮੀਕਰਨ ਹੈ ਉਹ ਬਦਲ ਗਿਆ। ਹੁਣ ਬਾਕੀ ਇਹ ਸਵਾਲ ਬੜਾ ਵੈਲਿਡ ਹੋ ਗਿਆ ਕਿ ਠੀਕ ਹੈ, ਕਿਸਾਨ ਟਰੈਕਟਰ ਪਰੇਡ ਕਰ ਲੈਣਗੇ, ਉਸ ਤੋਂ ਬਾਅਦ ਕੀ ਹੋਏਗਾ? ਕਿਉਂਕਿ ਸਰਕਾਰ ਨੇ 11ਵੇਂ ਦੌਰ ਦੀ ਮੀਟਿੰਗ ਦੇ ਐਂਡ ਦੇ ਵਿੱਚ ਐਗਰੀਕਲਚਰ ਮਿਨਿਸਟਰ ਨਰਿੰਦਰ ਸਿੰਘ ਤੋਮਰ ਨੇ ਕਿਹਾ ਸੀ ਕਿ ਅਸੀਂ ਜੋ ਤੁਹਾਨੂੰ ਆਫਰ ਦੇਣੀ ਸੀ ਫਾਈਨਲ ਉਹ ਦੇਤੀ, ਹੁਣ ਤੁਸੀਂ ਸਾਨੂੰ ਦੱਸਣਾ ਕਿ ਤੁਸੀਂ ਇਸ ਤੇ ਐਗਰੀ ਕਰੋਗੇ ਜਾਂ ਨਹੀਂ ਕਰੋਗੇ, ਜਾਂ ਜੇ ਇਹਦੇ ਬਾਰੇ ਕੋਈ ਗੱਲਬਾਤ ਕਰਨੀ ਤਾਂ ਤੁਸੀਂ ਦੱਸੋਗੇ, ਅਸੀਂ ਹੁਣ ਤੁਹਾਨੂੰ ਨਹੀਂ ਗੱਲਬਾਤ ਵਾਸਤੇ ਬੁਲਾਵਾਂਗੇ ਜੀ। ਸੋ ਇੱਕ ਬੜੀ ਆਪਣੇ ਆਪ ਦੇ ਵਿੱਚ ਅਜੀਬ ਸਥਿਤੀ ਇਸ ਵੇਲੇ ਪੈਦਾ ਹੋ ਚੁੱਕੀ ਹੈ, ਔਰ ਹਰ ਵਿਅਕਤੀ ਇਹ ਸੋਚ ਰਿਹਾ ਹੈ ਕਿ ਇਸ ਟਰੈਕਟਰ ਰੈਲੀ ਤੋਂ ਬਾਅਦ ਕੀ ਹੋਏਗਾ। ਦੂਸਰੇ ਪਾਸੇ ਇਹ ਵੀ ਹੈ ਕਿ ਇਹ ਟਰੈਕਟਰ ਰੈਲੀ ਜਿਹੜੀ ਹੈਗੀ ਹੈ, ਇਸ ਨੇ ਸਾਰੇ ਦੇਸ਼ ਦੇ ਵਿੱਚ ਇੱਕ ਮੁਹਿੰਮ ਜਿਹੜੀ ਹੈਗੀ ਆ ਉਹ ਛੇੜੀ ਹੈ। ਕਿਉਂਕਿ ਦੱਖਣੀ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ, ਜਿਸ ਤਰ੍ਹਾਂ ਨਾਸਿਕ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਕਿਸਾਨਾਂ ਨੇ, ਮਹਾਰਾਸ਼ਟਰ ਦੇ ਕਿਸਾਨਾਂ ਨੇ, ਕਿ ਉਹ ਟਰੈਕਟਰ ਰੈਲੀ ਕੱਢਣਗੇ। ਬੰਬੇ ਸ਼ਹਿਰ ਵਾਲੇ ਪਾਸੇ ਵੀ ਜਿਹੜਾ ਹੈ ਉਹ ਟਰੈਕਟਰ ਰੈਲੀ ਕੱਢਣਗੇ। ਇਸੇ ਤਰ੍ਹਾਂ ਕਰਨਾਟਕਾ ਦੇ ਕਿਸਾਨਾਂ ਨੇ ਬੈਂਗਲੁਰੂ, ਜਿਹੜੀ ਉਹਨਾਂ ਦੀ ਕੈਪੀਟਲ ਹੈ, ਰਾਜਧਾਨੀ ਹੈ, ਉੱਥੇ ਟਰੈਕਟਰ ਰੈਲੀ ਦਾ ਜਿਹੜਾ ਹੈ ਉਹ ਅਨਾਊਂਸ ਕੀਤਾ, ਔਰ ਉਹਨਾਂ ਦੇ ਡੈਲੀਗੇਟਸ ਬਕਾਇਦਾ ਦਿੱਲੀ ਆਏ ਹੋਏ ਨੇ। ਤੋਂ ਦੋ ਤਰਫਾ ਗੱਲ ਹੋ ਰਹੀ। ਇੱਕ ਤਾਂ ਇਹ ਹੈ ਕਿ ਕਿਸਾਨ ਅੰਦੋਲਨ ਜਿਹੜਾ ਹੈ ਉਹ ਸਰਬ ਭਾਰਤੀ ਅੰਦੋਲਨ ਜਿਹੜਾ ਹੈ, ਹੁਣ ਉਸਨੂੰ ਅਸੀਂ ਕਹਿ ਸਕਦੇ ਹਾਂ। ਹੁਣ
केंद्र सरकार जे हाले भी ये कहती है कि पंजाब या हरियाणा के किसान ही इसमें है, तो इस तो वड्डी जिहड़ी हैगी वो धोखा अपने आप को नहीं दे पा रहे होंगे, जी क्योंकि सारे हिंदुस्तान छो रहे जी दबाਅ जिहड़ा है सरकार ते एक किस्म का वध रहा, लेकिन जिहड़ा दबाਅ इमीडिएटली दिल्ली च बैठी सरकार के उत्ते वध सकता है कि इस ट्रैक्टर रैली नाल, उस तों उन्होंने फिलहाल ਉਹਦਾ एक सेफ्टी वॉल जिहड़ा है लगा लिया है कि ठीक है ट्रैक्टर रैली होण दिओ। सो इस करके ये चीज़ वाकई सानू सारिਆਂ ਨੂੰ सोचण ਤੇ मजबूर करती है कि ट्रैक्टर रैली तो बाद इस अंदोलन का अंजाम की होएगा। ये सारा कुछ इसके बावजूद भी असीं सोचते हैं, क्योंकि किसान नेतावां ने बड़ी बार अनाउंस किया कि असीं इत्थे लंबा समा भी बैठ सकते हैं, जे सानू लोड़ पई असीं 6 महीने बैठांगे। ठीक है, भावना जिहड़ी है संघर्ष वाली उन्हां दी बड़ी जबरदस्त है, इहदे 'च कोई दो राय नहीं, जी लेकिन एडा लंबा समा बैठना एक अनडिजायरेबल सिचुएशन होएगी किसानां दे पक्षों भी और सरकार दे पक्षों भी। जी ते जरूरी है कि इसका जिहड़ा है मसले का कोई हल निकले। जी तो ਇਹਦੀ ਇੱਕ ਤਾਂ ਇਹ ਹੈ ਕਿ ਆਪਾਂ 26 ਤਰੀਕ ਨੂੰ ਸਾਰਿਆਂ ਨੂੰ ਸਾਨੂੰ ਅੱਖਾਂ ਖੋਲ ਕੇ ਦੇਖਣਾ ਪਏਗਾ ਕਿ ਇਹ ਪਰੇਡ ਜਿਹੜੀ ਹੈ, ਜਿਹੜੀ ਟਰੈਕਟਰ ਰੈਲੀ ਹੈ, ਇਹ ਕਿਸ ਤਰ੍ਹਾਂ ਦੀ ਰਹਿੰਦੀ ਹੈ। जी ਕੀ ਇਹ ਸ਼ਾਂਤੀਮਈ ਢੰਗ ਨਾਲ ਉਸੇ ਤਰ੍ਹਾਂ ਨਿਕਲ ਜਾਏਗੀ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਨੇ ਜਿਹੜਾ ਹੈ ਐਲਾਨ ਕੀਤਾ, ਜਾਂ ਜਿਸ ਤਰ੍ਹਾਂ ਸਰਕਾਰ ਨੂੰ ਵਿਸ਼ਵਾਸ ਦਿਵਾਇਆ ਗਿਆ, ਦਿੱਲੀ ਪੁਲਿਸ ਨੂੰ ਵਿਸ਼ਵਾਸ ਦਿਵਾਇਆ ਗਿਆ। जी ਇੱਥੇ ਹੋਈ ਕੋਈ ਵੀ ਘਟਨਾ ਜਿਹੜੀ ਹੈ ਉਹ ਉਸ ਪੂਰੀ ਦੀ ਪੂਰੀ ਜਿਹੜੀ ਅੰਦੋਲਨ ਹੈ ਉਸ ਨੂੰ ਪ੍ਰਭਾਵਿਤ ਕਰੇਗੀ। जी तो ਇਸ ਦੀ ਆਊਟਕਮ ਦੇਖਣੀ ਪਏਗੀ। ਬਾਕੀ ਦੇਸ਼ ਤੋਂ ਜੋ ਵੀ ਸਰਕਾਰ ਨੂੰ ਇਨਪੁਟਸ ਆਉਂਦੀਆਂ ਨੇ ਉਹ ਵੀ ਦੇਖਣੀਆਂ ਪੈਣਗੀਆਂ। ਤਾਂ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਦੁਬਾਰਾ ਤੋਂ ਇਸ ਬਾਰੇ ਪਹਿਲ ਕਰਨੀ ਚਾਹੀਦੀ ਹੈ। ਇਸ ਅੰਦੋਲਨ, ਇਸ ਪਰੇਡ ਤੋਂ ਬਾਅਦ ਸਰਕਾਰ ਨੂੰ ਹੀ ਪਹਿਲ ਕਰਨੀ ਚਾਹੀਦੀ ਹੈ, ਕੋਈ ਨਾ ਕੋਈ ਨਵੀਂ ਪ੍ਰਪੋਜ਼ਲ ਲਿਆ ਕੇ ਕਿ ਗੱਲਬਾਤ ਦਾ ਦੌਰ ਜਿਹੜਾ ਹੈ ਉਹ ਜਾਰੀ ਰੱਖੇ, ਕਿਉਂਕਿ ਕਿਸੇ ਵੀ ਹਾਲਤ ਦੇ ਵਿੱਚ ਗੱਲਬਾਤ ਦਾ ਦੌਰ ਨਹੀਂ ਟੁੱਟਣਾ ਚਾਹੀਦਾ, रुकना नहीं चाहिए। ਜਿਹੜਾ ਸਰਕਾਰ ਨੇ ਆਪਣੇ ਵੱਲੋਂ ਤੋੜਿਆ। तो वो चलता रहना चाहिए। दूसरे पास एक चीज़ का जड़ा खलाह महसूस होंदा वो है कि एडा वड्डा अंदोलन बन गया, लेकिन इस अंदोलन दे विच गल उही सी ना भी अंदोलन हो जाएगा, ठीक आ, किसान जथेबंदियां जो चाਹੁੰਦੀਆਂ ਸੀ हो ਜਾਣਗੀਆਂ, ਚਾਹੇ ਉਹ ਸਰਕਾਰ ਦੀ ਮਰਜ਼ੀ ਦੇ ਖਿਲਾਫ ਹੀ ਕਿਉਂ ਨਾ ਹੋਵੇ, ਹੈ ਨਾ, ਜੋ ਚਾਹੁੰਦੀ ਸੀ, ਪਰ ਲੈ ਕੇ ਕੁਝ ਨਹੀਂ ਡਿੱਗੇਗਾ। हाँ, लैके देखो उस दो चीज़ा है। एक तो है इसका लॉन्ग टर्म इफेक्ट जो लंबे समय तक चलेगा, वो ये है कि ये अंदोलन की इस कामयाबी ਨੂੰ कदे भी ਬਿਲਕੁਲ ਬਿਲਕੁਲ ਭੋਗਲ ਸਾਹਿਬ, ਕਿਉਂਕਿ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਜਾਂ ਤਾਂ ਇਹ ਸੀ ਨਾ, ਜਾਂ ਟਰੈਕਟਰ ਮਾਤੇ ਜਾਂ ਟਰੈਕਟਰ ਅੰਦਰ ਜਾਂਦੇ ਆ ਦਿੱਲੀ ਦੇ ਵਿੱਚ ਤਾਂ ਉੱਥੇ ਬੈਠ ਜਾਂਦੇ, ਟਰੈਕਟਰ ਵਾਪਸ ਜਦੋਂ ਮੁੜਨਗੇ ਤਾਂ ਫਿਰ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਉੱਪਰ ਪ੍ਰੈਸ਼ਰ ਬਿਲਡ ਹੋ ਸਕੇਗਾ। मैं इसलिए कहा कि कल नूं रैली का की जिहड़ा है नेचर रहिंदी है, किस तरह का रैली की जाती, उत्थे की हुंदा है, उस तो बाद आपां इसका फैसला कर सकांगे। पर मैं कह रहा सीगा कि इस अंदोलन के जिहड़े सानूं एक तां लंबे समय तक जिहड़े असर रहणगे, वो ये है कि इस सरकार और इस सरकार के पिछे जिहड़ी जथेबंदी है RSS, उसकी विचारधारा नूं इस सर्व भारती अंदोलन ने बहुत ही चंगे ढंग नाल जिहड़ा है वो आम लोकां दे विच एक्सपोज कीता। ਜਿਹੜੀ ਇੱਕ ਲੱਗ ਰਿਹਾ ਸੀ ਕਿ ਇਸ ਸਰਕਾਰ ਦੀਆਂ ਜੋ ਵੀ ਨੀਤੀਆਂ ਨੇ, ਉਦਾਰਵਾਦੀ ਨੀਤੀਆਂ ਜਿਨ੍ਹਾਂ ਨੂੰ ਉਹ ਕਹਿ ਰਹੇ ਨੇ, ਜਿਹੜੀਆਂ ਪ੍ਰੋ ਕਾਰਪੋਰੇਟ ਨੇ, ਉਹਦੇ ਬਾਰੇ ਕੋਈ ਆਵਾਜ਼ ਹੀ ਨਹੀਂ ਉੱਠ ਰਹੀ ਸੀ। ਉਹ ਇੱਕ ਇਸ ਅੰਦੋਲਨ ਦੀ ਬਹੁਤ ਵੱਡੀ ਆਪਣੇ ਆਪ ਵਿੱਚ ਪ੍ਰਾਪਤੀ ਹੈ। ਹਾਂ, ਇਹ ਜ਼ਰੂਰ ਠੀਕ ਹੈ, ਆਪਾਂ ਕਹਿ ਸਕਦੇ ਕਿ ਕਿਸਾਨ ਜਿਸ ਇਸ਼ੂ ਨੂੰ ਲੈ ਕੇ ਅੰਦੋਲਨ ਸ਼ੁਰੂ ਹੋਇਆ ਸੀ ਉੱਥੇ ਤਾਂ ਕੁਝ ਹੋਇਆ ਨਹੀਂ, ਤਾਂ ਉਸ ਦੇ ਉੱਤੇ ਜਿਹੜਾ ਹੈਗਾ ਵੀ ਕੁਛ ਨਾ ਕੁਛ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਪਹਿਲ ਕਰਨੀ ਹੋਏਗੀ। ਜਾਂ ਤਾਂ ਉਹ ਕੱਲ ਦਾ ਕੋਈ ਘਟਨਾਕ੍ਰਮ ਭਵਿੱਖ ਤੈਅ ਹੋ ਸਕੇਗਾ। ਅਸੀਂ ਇਸ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਰਕਾਰ ਨੂੰ ਦੇਖੋ ਪਹਿਲ ਤਾਂ ਕਰਨੀ ਪਏਗੀ, ਪਰ ਫਿਲਹਾਲ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਉੱਥੋਂ ਕੱਲ ਦੀ ਪਰੇਡ ਕਰਕੇ ਮੁੜ ਆਉਣਗੇ, ਕਿਉਂਕਿ ਆਲਰੇਡੀ ਉਹਨਾਂ ਨੇ ਕਿਹਾ ਹੋਇਆ ਕਿ ਅਸੀਂ ਉੱਥੇ ਲੰਮਾ ਸਮਾਂ ਬੈਠਾਂਗੇ। ਤੇ ਇਹ ਚੀਜ਼ ਨੂੰ ਸਰਕਾਰ ਅੱਖੋਂ ਪਰੋਖੇ ਨਹੀਂ ਕਰ ਸਕਦੀ, ਅਣਦੇਖਿਆ ਨਹੀਂ ਕਰ ਸਕਦੀ ਕਿ ਕਿਸਾਨ ਉੱਥੇ ਬੈਠੇ ਆ ਤੇ ਸਰਕਾਰ ਦਿੱਲੀ ਦੇ ਵਿੱਚ ਜਿਹੜਾ ਹੈ ਆਪਣਾ ਜਿਹੜਾ ਹਸਬੇ ਮਾਮੂਲ ਕੰਮ ਕਰ ਰਹੀ ਹੈ। ਇਹ ਸਭ ਕਿਸਾਨ ਤਾਂ ਇਹ ਗੱਲ ਕਹਿ ਰਹੇ ਸੀ ਨਾ ਕਿ ਜਿਹੜਾ ਰੂਟ ਸਾਡਾ ਹੈਗਾ 100 ਕਿਲੋਮੀਟਰ ਦਾ, ਉੱਥੇ ਪਰੇਡ ਕਰਕੇ ਅਸੀਂ ਵਾਪਸ ਫਿਰ ਆਪਣੀਆਂ ਜਗ੍ਹਾ ਤੇ ਵਾਪਸ ਆ ਜਾਵਾਂਗੇ, ਚਾਹੇ 48 ਘੰਟੇ ਦਾ ਸਮਾਂ ਲੱਗ ਜੇ, ਰੂਟ ਤੈਅ ਕਰਕੇ ਅਸੀਂ ਵਾਪਸ ਆ ਜਾਵਾਂਗੇ। ਨਹੀਂ, ਉਹ ਸਾਰਾ ਕੁਝ ਠੀਕ ਹੈ। ਉਹਨਾਂ ਨੇ ਕਿਹਾ, ਦਿੱਲੀ ਪੁਲਿਸ ਨਾਲ ਉਹਨਾਂ ਦੀ ਗੱਲਬਾਤ ਹੋਈ ਔਰ ਅੱਜ ਦੀਆਂ ਨਿਊਜ਼ਪੇਪਰਸ ਦੇ ਵਿੱਚ ਮੀਡੀਆ 'ਚ ਦਿਖਾਇਆ ਜਾ ਰਿਹਾ ਕਿ ਦਿੱਲੀ ਪੁਲਿਸ ਉਹ ਬੈਰੀਕੇਡ ਜਿਹੜੇ ਲਗਾਏ ਹੋਏ ਉਹਨਾਂ ਨੂੰ ਚੁੱਕ ਰਹੀ ਹੈ ਜਾਂ ਤਾਂ ਕਿ ਕਿਸਾਨ ਉੱਥੇ ਜਾ ਸਕਣ। लेकिन फिर भी कुछ भी कहना उदों तक संभव नहीं ਜਦੋਂ तक वो परेड ਜਿਹੜੀ ਹੈ ਕੱਲ ਨੂੰ ਆਪਣੇ ਜਿਹੜਾ ਹੈ ਮੰਜ਼ਿਲੇ ਤਕਮੀਲ ਤੱਕ ਨਹੀਂ ਪਹੁੰਚ ਜਾਂਦੀ।
ਜਦੋਂ ਤੱਕ ਉਹ ਮੁਕੰਮਲ ਨਹੀਂ ਹੋ ਜਾਂਦੀ, ਉਹ ਕਿਸ ਤਰ੍ਹਾਂ ਦੀ ਰਹਿੰਦੀ ਹੈ, ਮਾਹੌਲ ਕਿਸ ਤਰ੍ਹਾਂ ਦਾ ਰਹਿੰਦਾ, ਇਸ ਚੀਜ਼ ਦਾ ਬਹੁਤ ਬੜਾ ਅਸਰ ਪਏਗਾ ਆਉਣ ਵਾਲੇ ਦਿਨਾਂ ਦੇ ਵਿੱਚ। ਇਸ ਅੰਦੋਲਨ ਨੇ ਜੋ ਵੀ ਦਿਸ਼ਾ ਲੈਣੀ ਹੈ, ਉਹ ਕੱਲ੍ਹ ਦੀ ਪਰੇਡ ਦਾ ਉਹ ਮਾਹੌਲ ਜਿਹੜਾ ਹੈ ਉਹ ਤੈਅ ਕਰੇਗਾ। ਤੋ ਮੈਂ ਕਹਿ ਰਿਹਾ ਸੀ ਕਿ ਜੋ ਮਰਜ਼ੀ ਹੋ ਜਾਏ, ਸਰਕਾਰ ਨੂੰ ਹੀ ਪਹਿਲ ਜਿਹੜੀ ਹੈ ਉਹ ਫਿਰ ਤੋਂ ਕਰਨੀ ਪੈਣੀ ਹੈ, ਕਿਉਂਕਿ ਕਿਸਾਨਾਂ ਦਾ ਜਿਹੜਾ ਹੈ ਰਵੱਈਆ ਬੜਾ ਸਪਸ਼ਟ ਹੈ ਕਿ ਅਸੀਂ ਉੱਥੇ ਬੈਠੇ ਰਵਾਂਗੇ। ਕਿਉਂਕਿ ਹੋ ਕੀ ਰਿਹਾ, ਕਿਸਾਨ ਬੈਠੇ ਹੈ, ਚੱਲ ਰਿਹਾ, ਠੀਕ ਹੈ, ਲੇਕਿਨ ਉਸ ਦਾ ਅਸਰ ਜਿਹੜਾ ਹੈ ਟ੍ਰਿਕਲ ਡਾਊਨ ਇਫੈਕਟ ਸਾਰੇ ਹਿੰਦੁਸਤਾਨ ਦੇ ਵਿੱਚ ਡਿਫਰੈਂਟ ਏਰੀਆਜ਼ ਦੇ ਵਿੱਚ ਹੋਣ ਲੱਗ ਗਿਆ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਕੱਲ੍ਹ 26 ਜਨਵਰੀ ਦੇ ਵਾਲੇ ਦਿਨ ਦੇਸ਼ ਦੇ ਡਿਫਰੈਂਟ ਹਿੱਸਿਆਂ ਤੋਂ, ਖਾਸ ਤੌਰ 'ਤੇ ਦੱਖਣੀ ਭਾਰਤ ਦੇ ਹਿੱਸਿਆਂ ਤੋਂ, ਕਰਨਾਟਕਾ ਤੋਂ, ਕੇਰਲਾ ਤੋਂ ਔਰ ਮਹਾਰਾਸ਼ਟਰ ਤੋਂ ਇਹ ਖਬਰਾਂ ਲਗਾਤਾਰ ਰਹੀਆਂ ਕਿ ਉੱਥੇ ਟਰੈਕਟਰ ਰੈਲੀਆਂ ਕਿਸਾਨ ਜਿਹੜੇ ਹੈ ਕੱਢ ਰਹੇ। ਮੇਨ ਸਟ੍ਰੀਮ ਮੀਡੀਆ ਉਹ ਖਬਰਾਂ ਨਹੀਂ ਦੇ ਰਿਹਾ, ਕਿਤੇ ਕਿਤੇ ਫੋਟੋਆਂ ਲੱਗੀਆਂ, ਲੇਕਿਨ ਉਹਨਾਂ ਇਲਾਕਿਆਂ ਦਾ ਜਿਹੜਾ ਲੋਕਲ ਅਖਬਾਰਾਂ ਉੱਥੇ ਛਪਦੀਆਂ ਨੇ ਮਰਾਠੀ ਜਾਂ ਕੰਨੜ ਲੈਂਗੁਏਜ ਦੇ ਵਿੱਚ, ਉਹਨਾਂ ਦੇ ਵਿੱਚ ਕਾਫੀ ਕਵਰੇਜ ਹੈ। ਮੈਨੂੰ ਉੱਥੋਂ ਮੇਰੇ ਜਿਹੜੇ ਦੋਸਤ ਉਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਨੇ, ਵਸਦੇ ਨੇ, ਉਹਨਾਂ ਨੇ ਭੇਜੀਆਂ ਵੀ ਹੈ ਕੁਛ। ਤੇ ਇਸੇ ਤਰ੍ਹਾਂ ਜਿਹੜਾ ਵਟਸਐਪ ਦੇ ਉੱਤੇ ਜਾਂ ਸੋਸ਼ਲ ਮੀਡੀਆ ਤੇ ਉਹ ਖਬਰਾਂ ਜਿਹੜੀਆਂ ਹੈ, ਉਹ ਤਸਵੀਰਾਂ ਜਿਹੜੀਆਂ ਹੈ ਆ ਰਹੀਆਂ ਹੈ। ਸਰਕਾਰ ਨੂੰ ਇਸ ਚੀਜ਼ ਦਾ ਪਤਾ ਲੱਗ ਰਿਹਾ ਕਿ ਜਿੰਨੀ ਦੇਰ ਤੱਕ ਇਹ ਕਿਸਾਨ ਇੱਥੇ ਬੈਠੇ ਰਹਿਣਗੇ, ਇਹਨਾਂ ਦਾ ਜਿਹੜਾ ਸਮਰਥਨ ਹੈ ਉਹ ਹੌਲੀ ਹੌਲੀ ਵੱਧਦਾ ਹੀ ਰਹੇਗਾ। ਸੋ ਸਰਕਾਰ ਦੇ ਉੱਤੇ ਇੱਕ ਕਿਸਮ ਦਾ ਪ੍ਰੈਸ਼ਰ ਬਣਿਆ ਹੀ ਰਹੇਗਾ। ਔਰ ਮੈਨੂੰ ਲੱਗਦਾ ਕਿ ਕੱਲ੍ਹ ਦੀ ਟਰੈਕਟਰ ਰੈਲੀ ਤੋਂ ਬਾਅਦ ਸਰਕਾਰ ਦੁਆਰਾ ਤੋਂ ਕੋਈ ਨਾ ਕੋਈ ਗੱਲਬਾਤ ਦੀ ਪਹਿਲ ਜਾਰੀ ਕਰੇਗੀ ਔਰ ਕੋਈ ਨਵੀਂ ਪ੍ਰਪੋਜ਼ਲ ਜਿਹੜੀ ਹੈ ਉਹ ਆਏਗੀ। ਔਰ ਹੋ ਸਕਦਾ ਕੋਈ ਇਸ ਤਰ੍ਹਾਂ ਦੀ ਪ੍ਰਪੋਜ਼ਲ ਆ ਜਾਏ। ਸਰਕਾਰ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਪਹਿਲਾਂ ਤੁਸੀਂ ਸਾਡੇ ਦਿੱਤੀ ਹੋਈ ਪੇਸ਼ਕਸ਼ ਨੂੰ ਜਿਹੜੀ ਅਸੀਂ ਪ੍ਰਪੋਜ਼ਲ ਦਿੱਤਾ ਹੈ ਉਸ 'ਤੇ ਵਿਚਾਰ ਕਰਕੇ ਸਾਨੂੰ ਦੱਸੋ। ਜੇ ਨਹੀਂ ਤੁਹਾਡੀ ਰਾਏ ਬਣਦੀ ਤਾਂ ਉਦੋਂ ਤੱਕ ਨਹੀਂ ਹੱਲ ਹੋ ਸਕੇਗਾ ਜਿੰਨਾ ਟਾਈਮ ਤੁਸੀਂ ਸਾਡੀ ਪ੍ਰਪੋਜ਼ਲ ਦੇ ਨਾਲ ਸਹਿਮਤੀ ਨਹੀਂ ਦੇ ਦਿੰਦੇ। ਇਸ ਤੋਂ ਬਾਅਦ ਉਹ ਕਹਿੰਦੇ ਕਿ ਆਖਰੀ ਪੇਸ਼ਕਸ਼ ਸਾਡੇ ਵੱਲੋਂ ਇਹ ਹੈਗੀ ਹੈ, ਇਸ ਤੋਂ ਜ਼ਿਆਦਾ ਅਸੀਂ ਸਮਾਂ ਨਹੀਂ ਵਧਾ ਸਕਦੇ 1.5 ਸਾਲ ਤੋਂ ਜ਼ਿਆਦਾ। ਨਹੀਂ, ਉਹ ਠੀਕ ਹੈ, ਬੇਸ਼ੱਕ ਉਹਨਾਂ ਨੇ ਕਿਹਾ, ਲੇਕਿਨ ਜਦੋਂ ਐਜੀਟੇਸ਼ਨ ਚੱਲਦਾ, ਜਦੋਂ ਅੰਦੋਲਨ ਲੰਬਾ ਚੱਲਦਾ ਤਾਂ ਸਰਕਾਰ ਜਿਹੜੀ ਹੈ ਉਹ ਆਪਣੀ ਆਖਰੀ ਪੇਸ਼ਕਸ਼, ਇਹ ਕੋਈ ਐਡਾ ਵੱਡਾ ਮਸਲਾ ਨਹੀਂ ਹੈ ਕਿ ਉਸ ਤੋਂ ਦੁਬਾਰਾ ਗੱਲ ਨਾ ਹੋ ਸਕੇ, ਤਾਂ ਸਰਕਾਰ ਦੁਬਾਰਾ ਤੋਂ ਉਹਨਾਂ ਨੂੰ ਬੁਲਾ ਸਕਦੀ ਹੈ ਗੱਲਬਾਤ ਕਰਨ ਵਾਸਤੇ। 2 ਦਿਨ ਨਾ ਬੁਲਾਵੇ, 3 ਦਿਨ ਨਾ ਬੁਲਾਵੇ, ਆਖਿਰਕਾਰ ਇਹ ਜਿਹੜੀ ਸਟੇਲਮੇਟ ਹੈ ਇਹ ਸਰਕਾਰ ਨੂੰ ਹੀ ਤੋੜਨੀ ਪੈਣੀ ਹੈ, ਕਿਉਂਕਿ ਇਹ ਸਮੱਸਿਆ ਦਾ ਹੱਲ ਸਿਰਫ ਔਰ ਸਿਰਫ ਸਰਕਾਰ ਦੇ ਕੋਲ ਹੈ। ਹੁਣ ਇਹ ਦੇਖਣ ਦੀ ਗੱਲ ਹੈ ਕਿ ਸਰਕਾਰ ਇਸ ਮਾਹੌਲ ਨੂੰ ਸਮਝ ਕੇ ਉਸ ਸਮੱਸਿਆ ਦਾ ਹੱਲ ਵਾਲੇ ਪਾਸੇ ਤੁਰਦੀ ਹੈ ਜਾਂ ਕੋਈ ਐਸੀ ਬਦਕਿਸਮਤੀ ਵਾਲੀ ਘਟਨਾ ਹੁੰਦੀ ਹੈ ਕਿ ਜਿਸ ਤੋਂ ਫਿਰ ਇੱਕ ਹਾਲਾਤ ਇਹੋ ਜਿਹੇ ਬਣ ਜਾਣ ਕਿ ਫਿਰ ਮਜਬੂਰਨ ਉਸ ਪਾਸੇ ਨੂੰ ਜਾਣਾ ਪਵੇ। ਤੋ ਇਸ ਅੰਦੋਲਨ ਦਾ ਜਿਹੜਾ ਅੰਜਾਮ ਹੈ ਉਹ ਤਾਂ ਇਹੀ ਹੋਏਗਾ ਕਿ ਕਿਸਾਨਾਂ ਦੀ ਤਸੱਲੀ ਜਦ ਤੱਕ ਨਹੀਂ ਹੁੰਦੀ, ਉਹਨਾਂ ਦੀ ਤਸੱਲੀ ਦੇ ਮੁਤਾਬਕ ਇਹਨਾਂ ਬਿੱਲਾਂ ਦਾ ਹੱਲ ਨਹੀਂ ਹੁੰਦਾ, ਇਹ ਅੰਦੋਲਨ ਖਤਮ ਨਹੀਂ ਹੋਣ ਵਾਲਾ, ਕਿਉਂਕਿ ਇਹ ਅੰਦੋਲਨ ਲਗਾਤਾਰ ਵੱਧਦਾ ਚਲਾ ਜਾ ਰਿਹਾ ਹੈ ਔਰ ਇਸ ਕਰਕੇ ਸਰਕਾਰ ਨੂੰ ਹੀ ਇਸ ਦਾ ਹੱਲ ਕਰਨਾ ਪੈਣਾ। ਤੋ ਸਰਕਾਰ 26 ਜਨਵਰੀ ਦੀ ਪਰੇਡ ਦਾ ਮਾਹੌਲ ਦੇਖ ਕੇ ਕਰੇ, ਉਸ ਤੋਂ ਬਾਅਦ ਕਰੇ, 2 ਦਿਨ ਬਾਅਦ ਕਰੇ, ਹਫ਼ਤਾ ਬਾਅਦ ਕਰੇ, ਅਲਟੀਮੇਟਲੀ ਸਰਕਾਰ ਨੂੰ ਇਨੀਸ਼ੀਏਟਿਵ ਇਸ ਦੇ ਬਾਰੇ ਲੈਣਾ ਹੀ ਪਏਗਾ। ਜੀ, ਉਗਲ ਸਾਹਿਬ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਇਸ ਅਹਿਮ ਮੁੱਦੇ ਦੇ ਉੱਪਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਤੁਹਾਡੇ ਵਿਚਾਰ ਜਿਹੜੇ ਹੈਗੇ ਆ, ਜੋ ਤੁਸੀਂ ਗੱਲਾਂ ਬਾਤਾਂ ਸਮਝਾਈਆਂ ਨੇ, ਦਰਸ਼ਕਾਂ ਨੂੰ ਸਮਝ ਵੀ ਆਈਆਂ ਹੋਣਗੀਆਂ ਤੇ ਪਸੰਦ ਵੀ ਆਉਣਗੀਆਂ। ਧੰਨਵਾਦ ਉਗਲ ਸਾਹਿਬ। ਸਾਰੇ ਦਰਸ਼ਕਾਂ ਦਾ ਸਾਡੇ ਉਹਨਾਂ ਦਾ ਮੈਂ ਧੰਨਵਾਦ ਕਰਦਾ। ਧੰਨਵਾਦ।